ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੇਮਕੁੰਟ ਗੁਫਾ ਵਿੱਚ ਰਹਿਣ ਵਾਲਾ ਤਪਸਵੀ ਮਹਾਂਕਾਲ ਕਾਲਕਾ ਨਾਲ ਇਸ ਤਰ੍ਹਾਂ ਗੱਲਾਂ ਕਰਨ ਲੱਗ ਪੈਂਦਾ ਹੈ ਜਿਵੇਂ ਕੋਈ ਸਾਕਾਰ ਜੋਤੀ ਉਸ ਦੇ ਸਾਹਮਣੇ ਬਿਰਾਜਮਾਨ ਹੋਵੇ। ਇਹ ਇੱਕ ਅਜੀਬ ਕੌਤਕ ਹੈ। ਇਸ ਨੇ ਆਪਣੇ ਪ੍ਰੇਮ ਨਾਲ ਮਹਾਂਕਾਲ ਕਾਲਕਾ ਜਾਂ ਅਕਾਲ ਪੁਰਖ ਦੀ ਮਹਾਨ ਸ਼ਕਤੀ ਨੂੰ ਸਾਕਾਰ ਰੂਪ ਵਿੱਚ ਪ੍ਰਤੱਖ ਕਰ ਲਿਆ ਹੈ ਅਤੇ ਰਾਤ ਦਿਨ ਉਸ ਨਿਰੰਕਾਰੀ ਜੋਤ ਦੇ ਜਲਵੇ ਲੈ ਲੈ ਕੇ ਇਸੇ ਆਨੰਦ ਵਿੱਚ ਮਗਨ ਹੋਇਆ ਰਹਿੰਦਾ ਹੈ। ਇਸ ਤਪਸਵੀ ਨੂੰ ਬਾਕੀ ਸੰਸਾਰ ਦਾ ਕੋਈ ਪਤਾ ਨਹੀਂ ਕਿ ਕਲਯੁਗ ਅੰਦਰ ਇਸ ਸੰਸਾਰ ਦੀ ਕੀ ਹਾਲਤ ਹੋ ਰਹੀ ਹੈ, ਪਰ ਹੋਵੇ ਵੀ ਕਿਸ ਤਰ੍ਹਾਂ, ਇਹ ਤੇ ਅਕਾਲ ਦੇ ਇਸ਼ਕ ਵਿੱਚ ਰਾਤ ਦਿਨੇ ਮਗਨ ਰਹਿੰਦਾ ਹੈ ਅਤੇ ਇਸੇ ਇਸ਼ਕ ਦੀ ਰੰਗਨ ਕਰਕੇ ਸਰਦੀ ਗਰਮੀ ਭੁੱਖ ਪਿਆਸ ਰੋਗ ਸੋਗ ਇਸ ਨੂੰ ਉੱਕੇ ਹੀ ਨਹੀਂ ਪਹੁੰਚੇ। ਇਹ ਤੇ ਆਪਣੇ ਰੰਗ ਵਿੱਚ ਮਗਨ ਉਸ ਮਹਾਂਕਾਲ ਕਾਲਕਾ ਨਾਲ ਕਈ ਪ੍ਰਕਾਰ ਦੇ ਕਲੋਲ ਕਰਦਾ ਰਹਿੰਦਾ ਹੈ। ਇਸ ਨੂੰ ਨਾ ਦੁਨੀਆ ਦਾ ਖਿਆਲ ਹੈ ਅਤੇ ਨਾ ਹੀ ਆਪੇ ਦਾ, ਪਰ ਇਹ ਖਿਆਲ ਆਵੇ ਵੀ ਕਿਉਂ, ਇਹ ਤੇ ਅਕਾਲ ਦਾ ਉਪਾਸ਼ਕ ਆਪਣੇ ਪ੍ਰੀਤਮ ਨਾਲ ਆਤਮਕ ਤੌਰ 'ਤੇ ਅਭੇਦ ਹੋ ਚੁੱਕਾ ਹੈ ਅਤੇ ਇਸੇ ਰੰਗ ਵਿੱਚ ਹੀ ਮਹਾਂ ਆਨੰਦ ਮਾਣਦਾ ਰਹਿੰਦਾ ਹੈ। ਇੱਧਰ ਸੰਸਾਰ ਅੰਦਰ ਕਈ ਤਰ੍ਹਾਂ ਦੇ ਕੌਤਕ ਹੋ ਰਹੇ ਹਨ। ਪੰਜਵ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਨੀਆ ਦੀਆਂ ਨਜ਼ਰਾਂ ਵਿੱਚ ਸ਼ਹੀਦੀ ਦਾ ਜਾਮ ਪੀ ਚੁੱਕੇ ਹਨ, ਪਰ ਅਸਲ ਵਿੱਚ ਆਪ ਇਸ ਸੰਸਾਰ ਵਿੱਚੋਂ ਕਿਸੇ ਪ੍ਰੇਮ ਖਿੱਚ ਦੇ ਸਦਕੇ ਸੱਚਖੰਡ ਵਿੱਚ ਪਹੁੰਚ ਚੁੱਕੇ ਸਨ। ਭਾਰਤ ਦੀ ਮੁਗਲਿਆ ਸਲਤਨਤ ਦੇ ਕਰਮਚਾਰੀਆਂ ਦੀ ਬੇਨਿਆਈ ਤੇ ਹਾਹਾਕਾਰ ਦੀ ਗੂੰਜ ਨਿਰੰਕਾਰ ਦੇ ਅਗੰਮੀ ਦਵਾਰ ਤੀਰ ਪੁੱਜ ਚੁੱਕੀ ਸੀ ਅਤੇ ਹੁਣ ਸਿਰਜਣਹਾਰ ਦਾਤਾਰ ਇਹ ਸੋਚ ਰਹੇ ਹਨ ਕਿ ਕਲਯੁਗ ਦੇ ਤਾਰਨਹਾਰ ਨਾਨਕ ਪਾਤਸ਼ਾਹ ਨੇ ਸੰਸਾਰ ਅੰਦਰ ਠੰਡ ਵਰਤਾਉਣ ਵਾਸਤੇ ਬੇਇਨਸਾਫੀਆਂ ਕਰਨ ਵਾਲਿਆਂ ਨੂੰ ਸਿੱਧੇ ਰਾਹ ਲਿਆਉਣ ਵਾਸਤੇ ਅਤੇ ਧਰਮ ਦੇ ਰਾਹ ਵਿੱਚ ਅਧਰਮ ਫੈਲਾਉਣ ਵਾਲਿਆਂ ਨੂੰ ਸੋਧਣ ਵਾਸਤੇ ਸਾਰੇ ਏਸ਼ੀਆ ਅੰਦਰ ਆਪਣੇ ਖਿਆਲਾਂ ਰਾਹੀਂ ਸੱਚ ਦੇ ਚਾਨਣ ਨਾਲ ਪ੍ਰਕਾਸ਼ ਕੀਤਾ ਹੈ। ਪਰ ਇੱਕ ਪਾਸੇ ਜਿਹੜੇ ਲੋਕ ਸੱਚ ਦੇ ਰਾਹ ਪਰ ਆ ਗਏ ਹਨ, ਉਹਨਾਂ ਨੂੰ ਮੁੜ ਕੁਰਾਹੇ ਪਾਉਣ ਵਾਲੇ ਜ਼ਾਲਮ ਅਤੇ ਹਕੂਮਤ ਦੇ ਨਸ਼ੇ ਵਿੱਚ ਚੂਰ ਹੋ ਰਹੇ ਹਾਕਮ ਦੂਸਰੇ ਪਾਸੇ ਕਈ ਤਰ੍ਹਾਂ ਦੇ ਜ਼ੁਲਮ ਅਤਿਆਚਾਰ ਅਤੇ ਕੁਕਰਮ ਕਰਨ ਲੱਗ ਪਏ ਹਨ। ਇਸ ਲਈ ਨਿਰੇ ਸ਼ਾਂਤਮਈ ਅਤੇ ਪਿਆਰ ਦੇ ਉਪਦੇਸ਼ ਨਾਲ ਇਹ ਲੋਕ ਸਿੱਧੇ ਨਹੀਂ ਹੋ ਸਕਦੇ। ਲੱਤਾਂ ਦੇ ਭੂਤ ਗੱਲਾਂ ਨਾਲ ਵੱਸ ਨਹੀਂ ਆ ਸਕਦੇ। ਦੇ ਅਖਾਣ ਅਨੁਸਾਰ ਹੁਣ ਕੋਈ ਅਜਿਹਾ ਸੂਰਮਾ ਯੋਧਾ ਮਹਾਬਲੀ ਧਰਮ ਰਕਸ਼ਕ ਅਤੇ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਮਹਾਬਲੀ ਸੰਸਾਰ ਵਿੱਚ ਜਾਣਾ ਚਾਹੀਦਾ ਹੈ, ਜੋ ਸੰਤਾਂ ਦਾ ਸਹਾਈ ਹੋਵੇ ਅਤੇ ਦੁਸ਼ਟਾਂ ਨੂੰ ਦੰਡ ਦੇ ਕੇ ਸਿੱਧੇ ਰਸਤੇ ਲਿਆਉਣ ਵਾਲਾ ਹੋਵੇ। ਸਿਰਜਣਹਾਰ ਦਾਤਾਰ ਨੇ ਬੜਾ ਸੋਚਿਆ ਕਿ ਉਹ ਮਹਾਬਲੀ ਕੌਣ ਹੋ ਸਕਦਾ ਹੈ। ਆਪਣੇ ਸਾਰੇ ਸੇਵਕਾਂ ਵੱਲ ਨਜ਼ਰ ਦੌੜਾਈ। ਬੜੇ ਬੜੇ ਤਪਸਵੀ ਅਤੇ ਕਰਾਮਾਤਾਂ ਵਾਲੇ ਨਜ਼ਰ ਹੇਠ ਲਿਆਂਦੇ। ਅੰਤ ਨਜ਼ਰ ਇਸ ਹੇਮਕੁੰਡ ਪਰਬਤ ਉਤਲੀ ਗੁਫਾ ਵਿੱਚ ਤਪੱਸਿਆ ਕਰਨ ਵਾਲੇ ਪਰ ਉਪਕਾਰੀ ਮਹਾਬਲੀ ਨਿਰਭੈ ਯੋਧੇ 'ਤੇ ਪਈ। ਅਕਾਲ ਪੁਰਖ ਨੇ ਆਪਣੇ ਇਸ ਸੇਵਕ ਨੂੰ ਗਹੁ ਕਰਕੇ ਦੇਖਿਆ ਅਤੇ ਇਸ ਉੱਤੇ ਹੀ ਕਿਰਪਾ ਦੀ ਨਜ਼ਰ ਟਿਕ ਗਈ। ਸ਼੍ਰੀ ਹੇਮਕੁੰਟ ਕੌਤਕ। ਇੱਕ ਦਿਨ ਆਕਾਸ਼ ਉੱਤੇ ਕਾਲੇ ਕਾਲੇ ਬੱਦਲਾਂ ਦੀ ਘਟਨੌਰ ਛਾਈ ਹੋਈ ਸੀ। ਅਜੇ ਮੀਂਹ ਨਹੀਂ ਸੀ ਪਿਆ। ਠੰਡੀ ਠੰਡੀ ਹਵਾ ਦੀ ਰਿਵੀ ਰੁਮਕ ਰਹੀ ਸੀ ਅਤੇ ਕੰਵਲ ਸਰ ਵਿੱਚ ਹੀ ਸਾਰੇ ਹੀ ਕੰਵਲ ਕਿਸੇ ਮਸਤੀ ਦੇ ਰੰਗ ਵਿੱਚ ਝੂਮ ਰਹੇ ਸਨ। ਪਲੋ ਪਲੀ ਵਿੱਚ ਨਿੱਕੀ ਨਿੱਕੀ ਫੁਹਾਰ ਪੈਣ ਲੱਗ ਪਈ। ਕੰਵਲਾਂ ਦੇ ਨੂਰਾਹੀ ਮੁਖੜੇ ਭਿੱਜ ਗਏ। ਹਵਾ ਰਤਾ ਤੇਜ਼ ਹੋ ਗਈ। ਆਕਾਸ਼ ਤੋਂ ਬੱਦਲ ਉੱਡਣੇ ਸ਼ੁਰੂ ਹੋ ਗਏ। ਹਵਾ ਦੇ ਝੋਕੇ ਵਿੱਚ ਕੰਵਲ ਵੀ ਜ਼ੋਰ ਜ਼ੋਰ ਦੀ ਸਿਰ ਮਾਰ ਕੇ ਆਪਣੇ ਆਪਣੇ ਚਿਹਰੇ 'ਤੇ ਪਏ ਪਾਣੀ ਦੇ ਤੁਬਕੇ ਛੱਡਣ ਲੱਗ ਪਏ। ਆਕਾਸ਼ ਨਿੱਤਰ ਗਿਆ। ਸੂਰਜ ਦੀਆਂ ਸੁਨਹਿਰੀ ਕਿਰਨਾਂ ਨੇ ਆਪਣੇ ਤੇਜ਼ ਪ੍ਰਤਾਪ ਦੇ ਨਾਲ ਹੇਮਕੁੰਡ ਦੇ ਪਰਬਤ ਆਸੇ ਪਾਸੇ ਦੇ ਪਹਾੜਾਂ ਦੀਆਂ ਚੋਟੀਆਂ ਦੇ ਕਲਸ ਲਿਸ਼ਕਾਂ ਦਿੱਤੇ। ਸਾਰਾ ਵਾਤਾਵਰਨ ਬੜਾ ਸੁਹਾਵਣਾ ਹੋ ਗਿਆ। ਗੁਫਾ ਦੀ ਤਪਸਵੀ
ਅੱਜ ਬੜੇ ਚਾਅ ਵਿੱਚ ਹੈ। ਸ਼ਾਇਦ ਉਹ ਆਪਣੀ ਆਤਮਾ ਦੇ ਅੰਦਰ ਕਿਸੇ ਵਾਇਰਲੈਸ ਰਾਹੀਂ ਪੁੱਜਾ ਇੱਕ ਸੁਨੇਹਾ ਪ੍ਰਤੀਤ ਕਰ ਚੁੱਕਾ ਹੈ। ਅੱਜ ਇਸ ਤਪਸਵੀ ਦੇ ਚਿਹਰੇ ਉੱਤੇ ਖਾਸ ਜਲਾਲ ਹੈ, ਦਿਲ ਅੰਦਰ ਮਹਾਨ ਖੁਸ਼ੀ ਹੈ ਤੇ ਇਸ ਅਗੰਮੀ ਸੁਨੇਹੇ ਰਸ ਆਤਮਕ ਖਿੱਚ ਕਰਕੇ ਉਹ ਕੰਵਲਸਰ ਦੇ ਆਲੇ ਦੁਆਲੇ ਕਿਸੇ ਖਾਸ ਮੌਜ ਵਿੱਚ ਪਰਿਕਰਮਾ ਕਰ ਰਿਹਾ ਹੈ। ਇੱਕਦਮ ਇੱਕ ਅਨੋਖਾ ਨੂਰੀ ਪ੍ਰਕਾਸ਼ ਹੋਇਆ ਤੇ ਹੇਮਕੁੰਡ ਦਾ ਇਹ ਤਪਸਵੀ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ। ਭਾਵੇਂ ਕਿਸੇ ਹੋਰ ਦੇਖਣ ਵਾਲੇ ਨੂੰ ਉਸ ਵਾਤਾਵਰਨ ਵਿੱਚ ਹੋਰ ਕੋਈ ਨਜ਼ਰ ਨਹੀਂ ਸੀ ਆ ਸਕਦਾ, ਪਰ ਇਹ ਤਪਸਵੀ ਇੱਕ ਅਨੋਖਾ ਜਲਵਾ ਪ੍ਰਤੀਤ ਕਰ ਰਿਹਾ ਸੀ। ਕਦੀ ਅੱਖੀਆਂ ਮੀਟ ਲੈਂਦਾ ਤਾਂ ਉਹ ਨੂਰੀ ਪ੍ਰਕਾਸ਼ ਅੱਖਾਂ ਦੇ ਪਰਦੇ ਓਲੇ ਅੰਦਰਵਾਰ ਪ੍ਰਤੀਤ ਹੁੰਦਾ। ਹਿਰਦੇ ਅੰਦਰ ਉਸ ਦਾ ਖਾਸ ਜਲਵਾ ਡਲਕਾ ਮਾਰਦਾ ਪ੍ਰਤੀਤ ਹੁੰਦਾ। ਫਿਰ ਅਚਨਚੇਤ ਅੱਖਾਂ ਖੁੱਲ੍ਹਦੀਆਂ ਤੇ ਉਹ ਨੂਰਾਨੀ ਜਲਵਾ ਅੱਖਾਂ ਸਾਹਮਣੇ ਨਜ਼ਰ ਆਉਂਦਾ। ਸ਼ਾਇਦ ਇਹ ਉਹ ਨੂਰਾਨੀ ਪ੍ਰਕਾਸ਼ ਸੀ ਜਿਹੜਾ ਕਦੀ ਹਜ਼ਰਤ ਮੂਸਾ ਨੇ ਕੋਹ ਤੂਰ ਦੀ ਪਹਾੜੀ ਉੱਤੇ ਦੇਖਣ ਦਾ ਯਤਨ ਕੀਤਾ ਸੀ, ਪਰ ਗਸ਼ ਖਾ ਕੇ ਡਿੱਗ ਪਿਆ ਸੀ ਤੇ ਉਸ ਨੂਰਾਨੀ ਜਲਵੇ ਦੇ ਦਰਸ਼ਨ ਨਹੀਂ ਸੀ ਕਰ ਸਕਿਆ। ਇੱਕਦਮ ਫਿਰ ਉਸ ਨੂਰਾਨੀ ਜਲਵੇ ਦਾ ਪ੍ਰਕਾਸ਼ ਹੋਇਆ ਤੇ ਇਹ ਹੇਮਕੁੰਡ ਦਾ ਤਪਸਵੀ ਇੱਕਦਮ ਇੱਕ ਪਹਾੜੀ ਚਟਾਨ ਉੱਤੇ ਲੇਟ ਕੇ ਡੰਡੌਤ ਕਰਨ ਲੱਗ ਪਿਆ। ਪਲ ਕੁ ਮਗਰੋਂ ਉੱਠ ਬੈਠਾ ਅਤੇ ਦੋਵੇਂ ਹੱਥ ਜੋੜ ਕੇ ਚੌਂਕੜੀ ਮਾਰ ਕੇ ਇਸ ਤਰ੍ਹਾਂ ਬੈਠ ਗਿਆ ਕਿ ਜਿਵੇਂ ਕੋਈ ਸ਼ਰਧਾਲੂ ਕੋਈ ਵਰ ਲੈਣ ਲਈ ਆਪਣੇ ਗੁਰਦੇਵ ਦੀ ਹਜ਼ੂਰੀ ਵਿੱਚ ਬੈਠ ਜਾਂਦਾ ਹੈ। ਇਹ ਨਿਰਾਕਾਰ ਨੂਰੀ ਪ੍ਰਕਾਸ਼ ਪਲੋਪਲੀ ਵਿੱਚ ਸਾਕਾਰ ਹੋ ਗਿਆ ਤੇ ਹੇਮਕੁੰਡ ਦਾ ਤਪਸਵੀ ਕਿਸੇ ਅਗੰਮੀ ਰੰਗ ਵਿੱਚ ਮਗਨ ਹੋ ਗਿਆ। ਉਸ ਸਾਕਾਰ ਬ੍ਰਹਮ ਦਾ ਪ੍ਰਕਾਸ਼ ਦੇਖ ਕੇ ਅੱਖਾਂ ਉਸ ਉੱਤੇ ਗੱਡੀਆਂ ਹੀ ਰਹਿ ਗਈਆਂ ਤੇ ਇਸ ਹੈਰਾਨੀ ਵਿੱਚ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ। ਅਕਾਲ ਪੁਰਖ ਸਿਰਜਣਹਾਰ ਨੇ ਅੱਗੇ ਹੋ ਕੇ ਇਸ ਤਪਸਵੀ ਦੇ ਦੋਵੇਂ ਹੱਥ ਫੜ ਲਏ, ਉਹਨਾਂ ਨੂੰ ਪਿਆਰ ਭਰੀ ਨਿਗਾਹ ਨਾਲ ਘੁੱਟਿਆ ਤੇ ਕਿਹਾ, ਹੇ ਮਹਾਤਪਸਵੀ ਜੋਗੀ ਰਾਜ ਜੀ, ਅਸੀਂ ਤੁਹਾਡੀ ਇਸ ਕਠਨ ਤਪੱਸਿਆ ਪੁਰ ਬੜੇ ਪ੍ਰਸੰਨ ਹਾਂ। ਤੁਸੀਂ ਆਪਾ ਮਾਰ ਕੇ ਆਰਾਧਨਾ ਕੀਤੀ ਹੈ ਅਤੇ ਆਪਣਾ ਸੱਚ ਪ੍ਰੇਮ ਪ੍ਰਗਟ ਕੀਤਾ ਹੈ। ਤੁਹਾਡੀ ਇਹ ਤਪੱਸਿਆ ਪੂਰਨ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੰਸਾਰ ਅੰਦਰ, ਖਾਸ ਕਰਕੇ ਭਾਰਤ ਵਰਸ਼ ਅੰਦਰ, ਧਰਮ ਦੇ ਠੇਕੇਦਾਰਾਂ ਤੇ ਹਕੂਮਤ ਦੇ ਕਰਮਚਾਰੀਆਂ ਨੇ ਕਈ ਪ੍ਰਕਾਰ ਦੇ ਜ਼ੁਲਮ ਅਤੇ ਅਤਿਆਚਾਰ ਕਰਕੇ ਭੋਲੀ ਭਾਲੀ ਜਨਤਾ ਨੂੰ ਬੜਾ ਤੰਗ ਕੀਤਾ ਹੋਇਆ ਹੈ। ਸੋ ਦੁਸ਼ਟਾਂ ਦਾ ਨਾਸ਼ ਕਰਨ ਲਈ, ਧਰਮ ਦਾ ਪ੍ਰਕਾਸ਼ ਕਰਨ ਲਈ ਤੁਸੀਂ ਭਾਰਤ ਵਰਸ਼ ਵਿੱਚ ਜਾਓ ਅਤੇ ਇਹ ਕਾਰਜ ਕਰੋ। ਹੇਮਕੁੰਡ ਦਾ ਤਪਸਵੀ ਸ਼੍ਰੀ ਅਕਾਲ ਪੁਰਖ ਜੀ ਦੇ ਉਹ ਉਪਕਰਨ ਵਾਕ ਸੁਣ ਕੇ ਹੈਰਾਨ ਹੋ ਰਿਹਾ ਸੀ ਕਿ ਸਾਡਾ ਸਿਰਜਣਹਾਰ ਕਰਤਾਰ ਇਹ ਕੀ ਹੁਕਮ ਕਰ ਰਿਹਾ ਹੈ। ਕੁਝ ਨਹੀਂ ਸੀ ਅਹੁੜਦੀ ਕਿ ਕਲਾਧਾਰੀ ਕਰਤਾਰ ਨੂੰ ਕੀ ਉੱਤਰ ਦੇਵੇ। ਰਸ ਰੰਗ ਲੀਨ ਹੋ ਕੇ ਫਿਰ ਅੱਖਾਂ ਬੰਦ ਕਰ ਲਈਆਂ, ਪਰ ਇਹ ਇੱਕ ਛਿਣ ਭਰ ਲਈ ਵੀ ਬੰਦ ਨਾ ਰਹਿ ਸਕੀਆਂ। ਅਕਾਲ ਪੁਰਖ ਦਾ ਦੀਦਾਰ ਬਹਿਬਲ ਕਰ ਰਿਹਾ ਸੀ। ਇਹ ਤਪਸਵੀ ਇਹੋ ਚਾਹੁੰਦਾ ਸੀ ਕਿ ਸਿਰਜਣਹਾਰ ਜੀ ਇਸੇ ਤਰ੍ਹਾਂ ਪ੍ਰਤੱਖ ਸੁੰਦਰ ਸਰੂਪ ਵਿੱਚ ਮੇਰੇ ਸਾਹਮਣੇ ਰਹਿਣ, ਆਪਣੀ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਵੱਲ ਦੇਖਦੇ ਰਹਿਣ ਤੇ ਮੈਂ ਆਪਣੇ ਸੋਹਣੇ ਮਨਮੋਹਣੇ ਪ੍ਰੀਤਮ ਦਾ ਦੀਦਾਰ ਕਰ ਕਰਕੇ ਆਪਣੀ ਆਤਮਕ ਭੁੱਖ ਮਿਟਾ ਲਵਾਂ। ਪਰ ਇਹ ਭੁੱਖ ਤੇ ਮਿਟਦੀ ਪ੍ਰਤੀਤ ਹੀ ਨਹੀਂ ਹੁੰਦੀ, ਸਗੋਂ ਇਹ ਭੁੱਖ ਵਧੇਰੇ ਹੁੰਦੀ ਜਾਂਦੀ ਹੈ। ਦਿਲ ਇਹੋ ਲੋਚਦਾ ਹੈ ਸੰਸਾਰ ਸਿਰਜਣਹਾਰ ਦਾ ਅਲੌਕਿਕ ਦੀਦਾਰ ਇਸੇ ਤਰ੍ਹਾਂ ਹੀ ਹੁੰਦਾ ਰਹੇ। ਇੱਕ ਛਿਣ ਲਈ ਵੀ ਅੱਖਾਂ ਨਾ ਚਮਕਾਂ, ਕਿਉਂਕਿ ਅੱਖ ਚਮਕਣ ਨਾਲ ਉਹ ਨੂਰਾਨੀ ਦੀਦਾਰ ਭਾਵੇਂ ਛਿਣ ਭਰ ਲਈ ਹੀ ਸਹੀ ਅੱਖੋਂ ਓਹਲੇ ਹੋਣਾ ਹਿਰਦਾ ਸਹਾਰ ਨਹੀਂ ਸਕੇਗਾ। ਇਹ ਮਹਾਤਪਸਵੀ ਅਜੇ ਇਹੋ ਖਿਆਲ ਕਰ ਰਿਹਾ ਸੀ ਕਿ ਸਿਰਜਣਹਾਰ ਦਾਤਾਰ ਫਿਰ ਬੋਲੇ, ਮੇਰੇ ਨੌਨਿਹਾਲ ਜੀ, ਆਪ ਦੀ ਘਾਲਣਾ ਬੜੀ ਕਠਿਨ ਹੈ। ਅਸੀਂ ਤੁਹਾਡੇ 'ਤੇ ਬੜੇ ਪ੍ਰਸੰਨ ਹਾਂ, ਪਰ ਅਸੀਂ ਇੱਕ ਮਹਾਨ ਕਾਰਜ ਆਪ ਦੇ ਸਪੁਰਦ ਕਰਨਾ ਚਾਹੁੰਦੇ ਹਾਂ। ਤੁਸੀਂ ਸੰਸਾਰ ਵਿੱਚ ਜਾਓ
ਮੁਰਦਾ ਰੂਹਾਂ ਵਿੱਚ ਨਵਾਂ ਜੀਵਨ ਪੈਦਾ ਕਰੋ। ਰੋ ਸੰਸਾਰ ਦੀ ਆਤਮਾ, ਸੰਸਾਰੀਆਂ ਦਾ ਜੀਵਨ ਤੇ ਉਹਨਾਂ ਦਾ ਕਰਤੱਵ ਬਦਲ ਦਿਓ। ਜੋ ਨਾ ਸਮਝੇ ਦੁਸ਼ਟਾਂ ਨੂੰ ਦੰਡ ਦਿਓ। ਸੰਸਾਰ ਨੂੰ ਉਭਾਰੋ, ਭਾਰਤ ਵਰਸ਼ ਅੰਦਰ ਸ਼ਾਂਤੀ ਵਰਤਾਓ।